बलवंत सिंह राजोवाणे की गल, राजोवाणा साहब ने तो बिल्कुल जगों 13वीं गल करती। वो कहने मैं अकाली हाँ, अकाली रवांगा। किहड़े अकाली ने? उन्हों की मूँह बोली भैन ने जो इलैक्शन लड़ी सी, असीं उन्हों नूं सुझाव दिता सी कि तुसीं इस पार्टी तो इलैक्शन ना लड़ो, इन्होंने पंथ का बेड़ा गर्क करता। ये ओहो ही अकाली दल है जिन्हों ने फेक इनकाउंटर करने वाले पुलिस ऑफिसर्स नूं DGP बनाया। ये ओहो ही अकाली दल बादल आ जिन्हों ने इंसाफ मंगते ਸਿੰਘਾਂ ਤੇ ਗੋਲੀਆਂ ਚਲਾ ਕੇ ਸੀ। ਦੇਖੋ ਗੁਰਦੀਪ ਸਿੰਘ ਖਹਿਰਾ ਸਾਹਿਬ ਜੇਲ੍ਹ ਦੇ ਵਿੱਚ ਨੇ। ਕਿਹੜਾ ਕੈਦੀ ਹੈ ਜਿਹੜਾ ਇਹ ਨਹੀਂ ਚਾਹੁੰਦਾ ਕਿ ਮੈਂ ਜੇਲ੍ਹ ਚੋਂ ਬਾਹਰ ਨਾ ਆਵਾਂ? ਚੰਗੇ ਕੰਮ ਲਈ ਕੌਮ ਨੇ ਡਿਸਾਈਡ ਕਰ ਲਿਆ। ਭਾਈ ਗੁਰਮੀਤ ਸਿੰਘ ਵੜੈਲ ਜੇਲ੍ਹ ਚੋਂ ਥੋੜੇ ਦਿਨ ਪਹਿਲਾਂ ਹੀ ਗਏ ਨੇ। ਉਹ ਇਸੇ ਰੋਡ ਥਾਣੀ ਗਏ ਨੇ, ਪਰ ਇਸ ਮੋਰਚੇ 'ਚ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੀ ਪੈਰੋਲ ਦੇ ਵਿੱਚ ਮੁਸ਼ਕਲ ਆਏਗੀ। ਨਾ ਅਸੀਂ ਕਿਸੇ ਬੰਦੀ ਸਿੰਘ ਨੂੰ ਕਵਾਂਗੇ ਤੁਸੀਂ ਇੱਥੇ ਆਓ। ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਲੱਗੇ ਹੋਏ ਨੇ, ਉਹੀ ਬੰਦੀ ਸਿੰਘ ਕੁਝ ਪੈਰੋਲ ਤੇ ਆ ਕੇ ਤੇ ਕੁਝ ਪੇਸ਼ੀ ਦੌਰਾਨ ਮੋਰਚੇ ਦੇ ਉੱਪਰ ਸਵਾਲ ਚੱਕ ਰਹੇ ਨੇ। ਪਹਿਲਾਂ ਗੁਰਦੀਪ ਸਿੰਘ ਖਹਿੜਾ ਜੀ ਵੱਲੋਂ ਕਿਹਾ ਗਿਆ ਕਿ ਸਿਰਫ ਸਿੱਖ ਬੰਦੀਆਂ ਲਈ ਨਹੀਂ, ਜਦਕਿ ਬਾਕੀ ਹਿੰਦੂ ਜਿੰਨੇ ਵੀ ਨਿਬੰਧ ਨੇ ਉਹਨਾਂ ਲਈ ਵੀ ਇਹ ਮੋਰਚਾ ਹੋਣਾ ਚਾਹੀਦਾ ਤੇ ਮੇਰੇ ਨਾਲ ਮੋਰਚੇ ਵਾਲਿਆਂ ਨਾਲ ਕੋਈ ਕੰਟੈਕਟ ਨਹੀਂ ਕੀਤਾ। ਤੇ ਇਸ ਤੋਂ ਬਾਅਦ ਅੱਜ ਬਿਆਨ ਆਇਆ ਹੈ ਬਲਵੰਤ ਸਿੰਘ ਰਾਜੋਵਾਨਾ ਦਾ, ਜਿਨ੍ਹਾਂ ਨੇ ਪੇਸ਼ੀ ਦੌਰਾਨ ਕਿਹਾ ਵੀ ਮੋਰਚੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਔਰ ਮੈਂ ਅਕਾਲੀ ਹਾਂ ਤੇ ਅਕਾਲੀ ਰਵਾਂਗਾ। ਤੇ ਇੱਕ ਅਹਿਮ ਸਟੇਟਮੈਂਟ ਕਿ ਇਹਦੇ ਵਿੱਚ ਏਜੰਸੀ ਦੇ ਬੰਦੇ ਕੁਝ ਚੱਲ ਰਹੇ ਨੇ ਔਰ ਮੋਰਚਾ ਉਹਨਾਂ ਨੇ ਲਾਇਆ ਹੋਇਆ। ਸੋ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਵਕੀਲ ਸਾਹਿਬ ਹੈਗੇ ਨੇ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਜੀ, ਜੋ ਕਿ ਜਿਨ੍ਹਾਂ ਨੂੰ ਏਜੰਸੀ ਦਾ ਬੰਦਾ ਕਿਹਾ ਗਿਆ ਹੈ, ਉਹਨਾਂ ਦੇ ਸਾਥੀ ਵੀ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਇਹੀ ਸਵਾਲ ਸਭ ਤੋਂ ਪਹਿਲਾਂ ਮੇਰਾ ਇਹੀ ਵੀ ਅੱਜ ਇਹ ਇੰਨੀ ਵੱਡੀ ਸਟੇਟਮੈਂਟ ਆ ਗਈ ਔਰ ਖਾਸ ਕਰ ਉਹੀ ਬੰਦੀ ਸਿੰਘ ਨੇ ਜਿਨ੍ਹਾਂ ਦੇ ਇੱਥੇ ਪੋਸਟਰਸ ਦੇ ਵਿੱਚ ਨਾਮ ਹੈ। ਪਹਿਲਾਂ ਗੁਰਦੀਪ ਸਿੰਘ ਖਹਿੜਾ ਵੱਲੋਂ ਇਹ ਸਵਾਲ ਚੱਕੇ ਗਏ ਤੇ ਹੁਣ ਰਾਜੋਵਾਨਾ ਜੀ ਦੀ ਇਸ ਤਰ੍ਹਾਂ ਦੀ ਸਟੇਟਮੈਂਟ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਐਜ਼ ਅ ਕੌਮੀ ਇਨਸਾਫ ਮੋਰਚਾ? ਦੇਖੋ, ਪਹਿਲਾਂ ਮੈਂ ਗੁਰਦੀਪ ਸਿੰਘ ਖਹਿਰਾ ਸਾਹਿਬ ਦੀ ਗੱਲ ਕਰਾਂ। ਗੁਰਦੀਪ ਸਿੰਘ ਖਹਿਰਾ ਸਾਹਿਬ ਦੀ 32 ਸਾਲ ਦੀ ਕਸਟਡੀ ਹੋ ਗਈ ਆ, ਉਹਨੂੰ ਗੈਰ ਕਾਨੂੰਨੀ ਤੌਰ 'ਤੇ ਰੱਖਿਆ ਹੋਇਆ। ਉਹਨਾਂ ਦੀ ਅਸੀਂ ਬੜੀ ਜਦੋਜਹਿਦ ਕਰ ਰਹੇ ਹਾਂ ਕਿ ਉਹਨਾਂ ਨੂੰ ਜਿਹੜਾ ਇਸ ਜੇਲ੍ਹ ਤੋਂ ਰਿਹਾ ਕਰਨਾ ਚਾਹੀਦਾ। ਉਹਨਾਂ ਨੇ ਇੱਕ ਗੱਲ ਇਹ ਤਜਰਬੇ 'ਚੋਂ ਕੀਤੀ ਹੈ ਕਿ ਪਹਿਲਾਂ ਵੀ ਮੋਰਚੇ ਲੱਗਦੇ ਰਹੇ ਨੇ, ਮੋਰਚੇ ਵਿਕੇ ਵੀ ਨੇ, ਇਸ ਗੱਲ ਦੀ ਕੌਮ ਵੀ ਸੁਚੇਤ ਹੈਗੀ ਆ। ਇੱਕ ਉਹਨਾਂ ਨੇ ਬੜੀ ਮਾਨਵਤਾ ਦੀ ਗੱਲ ਕੀਤੀ, ਯੂਨੀਵਰਸਲ ਗੱਲ ਕੀਤੀ ਕਿ ਤੁਸੀਂ ਇਹਨੂੰ ਸਿਰਫ ਸਿੱਖਾਂ ਦੇ ਬੰਦੀ ਸਿੰਘਾਂ ਦੀ ਗੱਲ ਨਾ ਕਰੋ, ਤੁਸੀਂ ਜਿੰਨੇ ਧਰਮ ਨੇ, ਜੇ ਕਿਸੇ ਵੀ ਧਰਮ ਦਾ ਕੋਈ ਬੰਦਾ ਹੈਗਾ ਉਹਨਾਂ ਦੀ ਰਿਹਾਈ ਦੀ ਗੱਲ ਕਰੋ। ਚੰਗੀ ਗੱਲ ਸੀ, ਉਹਨਾਂ ਦੇ ਸੰਘਰਸ਼ੋਂ ਇਹ ਗੱਲ ਸਾਨੂੰ ਸਮਝ ਆਈ ਔਰ ਅਸੀਂ ਜਦੋਂ ਘੋਖ ਕੀਤੀ ਇਸ ਗੱਲ ਦੀ ਤੇ ਕੋਈ ਵੀ ਹੋਰ ਬੰਦੀ ਸਿੰਘ ਐਡੀ ਸਜ਼ਾ ਨਹੀਂ ਕੱਟ ਰਿਹਾ, ਖਾਸ ਕਰਕੇ ਇਸ ਮੁਲਕ ਦੇ ਵਿੱਚ। ਸੋ ਇਹ ਗੱਲ ਉਹਨਾਂ ਦੀ ਸੁਝਾਅ ਚੰਗਾ ਸੀ, ਪਰ ਇੱਥੇ ਇੰਪਲੀਮੈਂਟ ਨਹੀਂ ਹੁੰਦਾ। ਉਸ ਤੋਂ ਬਾਅਦ ਸਾਡਾ ਵਫਦ ਕੌਮੀ ਇਨਸਾਫ ਮੋਰਚਾ ਤੋਂ ਪ੍ਰੋਫੈਸਰ ਬਲਜਿੰਦਰ ਸਿੰਘ ਔਰ 5 ਪਿਆਰਿਆਂ 'ਚੋਂ ਜਿਹੜੇ ਬਰਖਾਸਤ ਕੀਤੇ ਗਏ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ, ਉਹਨਾਂ ਵਿੱਚੋਂ ਸਾਡੇ ਸਤਨਾਮ ਸਿੰਘ ਖੰਡਾ ਤੇ ਸਤਨਾਮ ਸਿੰਘ ਚੰਜੀਆਂ, ਉਹ ਬੰਦੇ ਉਹਨਾਂ ਕੋਲ ਗਏ ਨੇ, ਉਹਨਾਂ ਨੂੰ ਦੱਸਿਆ ਗਿਆ ਸਾਰੀਆਂ ਗੱਲਾਂ। ਉਹ ਫਿਰ ਉਹਨਾਂ ਨੇ ਜਿਹੜੀ ਬਹੁਤ ਚੜ੍ਹਦੀ ਕਲਾ ਦੀ ਗੱਲ ਕੀਤੀ ਆ। ਦੇਖੋ, ਉਹਨਾਂ ਨੇ ਮੋਰਚੇ ਦਾ ਸਮਰਥਨ ਕੀਤਾ, ਸੁਝਾਅ ਦਿੱਤਾ ਪੋਜ਼ਿਟਿਵ। ਇਹ ਨਹੀਂ ਕਿਹਾ ਕਿ ਮੈਂ ਮੋਰਚੇ ਨਾਲ ਨਹੀਂ ਆ, ਪਰ ਜਿਹੜੇ ਉਹਨਾਂ ਨੇ ਇਹ ਤੇ ਕਿਹਾ ਸਰ ਵੀ ਮੋਰਚੇ ਵਾਲਿਆਂ ਨੇ ਮੇਰੇ ਨਾਲ ਕੰਟੈਕਟ ਕੋਈ ਨਹੀਂ ਕੀਤਾ, ਤੁਸੀਂ ਸੱਦਿਆ ਉਹਨਾਂ ਨੂੰ, ਬੁਲਾਇਆ, ਤੁਸੀਂ ਗੱਲ ਕੀਤੀ ਹੈ ਉਹਨਾਂ ਨਾਲ? ਦੇਖੋ, ਗੁਰਦੀਪ ਸਿੰਘ ਖਹਿਰਾ ਸਾਹਿਬ ਜੇਲ੍ਹ ਦੇ ਵਿੱਚ ਨੇ। ਕਿਹੜਾ ਕੈਦੀ ਹੈ ਜਿਹੜਾ ਇਹ ਨਹੀਂ ਚਾਹੁੰਦਾ ਕਿ ਮੈਂ ਜੇਲ੍ਹ ਚੋਂ ਬਾਹਰ ਨਾ ਆਵਾਂ? ਕਿਹੜਾ ਬੰਦੀ ਸਿੰਘਾਂ ਦਾ ਪਰਿਵਾਰ ਹੈ ਜਿਹੜਾ ਨਹੀਂ ਚਾਹੁੰਦਾ? ਚੰਗੇ ਕੰਮ ਲਈ ਕੌਮ ਨੇ ਡਿਸਾਈਡ ਕਰ ਲਿਆ। ਜਥੇਦਾਰ ਜਗਤਾਰ ਸਿੰਘ ਹਵਾਰਾ ਕੌਮ ਦੇ ਜਥੇਦਾਰ ਨੇ, ਉਹ ਸਿੱਖ ਪੰਥ ਦੇ ਪਰਿਵਾਰ ਦੇ ਸਭ ਤੋਂ ਮੁੱਢਲੇ ਆਗੂ ਨੇ। ਜਦੋਂ ਉਹਨਾਂ ਨੇ ਡਿਸਾਈਡ ਕਰ ਲਿਆ ਫਿਰ ਬਾਕੀ ਗੱਲ ਤਾਂ ਰਹਿੰਦੀ ਨਹੀਂ ਕੋਈ। ਜੇ ਉਹ ਕਿਤੇ ਮਿਲਣ ਦਾ ਸਿਸਟਮ ਮਿਲਦਾ ਤਾਂ ਜ਼ਰੂਰ ਗੱਲ ਕਰ ਲੈਂਦੇ, ਪਰ ਇਹਦੇ 'ਚ ਦੋ ਚਿੱਤੀ ਕੀ ਆ ਕਿ ਅਜੇ ਮੋਰਚਾ ਲੱਗ ਰਿਹਾ, ਚੰਗੇ ਆਦਮੀਆਂ ਨੇ ਮੋਰਚਾ ਲਾ ਲਿਆ ਜਿਨ੍ਹਾਂ 'ਤੇ ਕੋਈ ਐਲੀਗੇਸ਼ਨ ਨਹੀਂ ਹੈਗੇ, ਉਹਨਾਂ ਨੂੰ ਜੇ ਉਹ ਲਾ ਰਹੇ ਨੇ ਤਾਂ ਫਿਰ ਇਹਦੇ 'ਚ ਮਾੜੀ ਗੱਲ ਨਹੀਂ ਸੀ। ਦਿਲਸ਼ੇਰ ਜੀ, ਮੈਂ ਇਹ ਜਾਣਨਾ ਚਾਹੁੰਦੀ ਹਾਂ ਵੀ ਉਹਨਾਂ ਨੇ ਮੀਡੀਆ ਵੀ ਜਾ ਹੀ ਰਿਹਾ, ਮੀਡੀਆ ਵੀ ਗੱਲਬਾਤ ਕਰ ਰਿਹਾ, ਮੀਡੀਆ ਦੇ ਸਾਹਮਣੇ ਕਈ ਵਾਰੀ ਸਟੇਟਮੈਂਟ ਦਿੱਤੀਆਂ, 2 ਮਹੀਨਿਆਂ ਦੀ ਪੈਰੋਲ ਤੇ ਆਏ ਨੇ ਵੀ ਮੇਰੇ ਨਾਲ ਹਾਲੇ ਤੱਕ ਮੋਰਚੇ ਵਾਲਿਆਂ ਨੇ ਕੋਈ ਸੰਬੰਧ ਨਹੀਂ ਕੀਤਾ। ਜੇਕਰ ਤੁਸੀਂ ਬੁਲਾਉਂਦੇ ਹੋ ਇੱਥੇ ਆ ਕੇ ਬੋਲਦੇ ਹੋ, ਹੁਣ ਮੈਨੂੰ ਨਹੀਂ ਪਤਾ ਕਿ ਲੀਗਲ ਓਬਲੀਗੇਸ਼ਨਸ ਹੈ ਉਹਨਾਂ ਕੋਲ ਇੱਥੇ ਬੋਲਣ ਦੀ, ਪਰ ਤੁਸੀਂ ਕੋਈ ਕੰਟੈਕਟ ਕੀਤਾ ਹੈ? ਦੇਖੋ, ਮੈਂ ਦੱਸਿਆ ਕਿ ਸਾਡਾ ਕੌਮੀ ਇਨਸਾਫ ਮੋਰਚੇ ਦਾ ਵਫਦ ਮਿਲ ਕੇ ਆਇਆ। ਇਹ ਲਿਮਿਟੇਸ਼ਨ ਹੈਗੀ ਆ, ਉਹ ਨਹੀਂ ਇੱਥੇ ਆ ਸਕਦੇ। ਭਾਈ ਗੁਰਮੀਤ ਸਿੰਘ ਵੜੈਲ ਜੇਲ੍ਹ ਚੋਂ ਥੋੜੇ ਦਿਨ ਪਹਿਲਾਂ ਹੀ ਗਏ ਨੇ। ਉਹ ਇਸੇ ਰੋਡ ਥਾਣੀ ਗਏ ਨੇ, ਪਰ ਇਸ ਮੋਰਚੇ 'ਚ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੀ ਪੈਰੋਲ ਦੇ ਵਿੱਚ ਮੁਸ਼ਕਲ ਆਏਗੀ। ਨਾ ਅਸੀਂ ਕਿਸੇ ਬੰਦੀ ਸਿੰਘ ਨੂੰ ਕਵਾਂਗੇ ਤੁਸੀਂ ਇੱਥੇ ਆਓ। ਔਰ ਜਿਹੜੇ ਉਹਨਾਂ ਨੇ ਸੁਝਾਅ ਦਿੱਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਪਹਿਰਾ ਦੇਣ ਦੀ ਗੱਲ ਕੀਤੀ ਆ। ਜਿਹੜੀ ਗਰੀਬ ਬਲਵੰਤ ਸਿੰਘ ਰਾਜੋਵਾਣੇ ਦੀ ਗੱਲ, ਰਾਜੋਵਾਣਾ ਸਾਹਿਬ ਨੇ ਤਾਂ ਬਿਲਕੁਲ ਜਗੋਂ 13ਵੀਂ ਗੱਲ ਕਰਤੀ। ਉਹ ਕਹਿੰਦੇ ਮੈਂ ਅਕਾਲੀ ਹਾਂ, ਅਕਾਲੀ ਰਵਾਂਗਾ। ਕਿਹੜੇ ਅਕਾਲੀ ਨੇ? ਅਕਾਲ ਪੁਰਖ ਦੇ ਅਕਾਲੀ ਨੇ ਕਿ ਬਾਦਲ ਦੇ ਅਕਾਲੀ ਨੇ?
ਉਹਨਾਂ ਦੀ ਮੂੰਹ ਬੋਲੀ ਭੈਣ ਨੇ ਜਦੋਂ ਇਲੈਕਸ਼ਨ ਲੜੀ ਸੀ, ਅਸੀਂ ਉਹਨਾਂ ਨੂੰ ਸੁਝਾਅ ਦਿੱਤਾ ਸੀ ਕਿ ਤੁਸੀਂ ਇਸ ਪਾਰਟੀ ਤੋਂ ਇਲੈਕਸ਼ਨ ਨਾ ਲੜੋ। ਇਹਨਾਂ ਨੇ ਪੰਥ ਦਾ ਬੇੜਾ ਗਰਕ ਕਰਤਾ, ਇਹਨਾਂ ਨੇ ਪੰਥ ਦਾ ਸਾਬੋਟਾਜ ਕੀਤਾ, ਪਿੱਠ 'ਚ ਛੁਰਾ ਮਾਰਿਆ। ਇਹ ਉਹੀ ਅਕਾਲੀ ਦਲ ਬਾਦਲ ਆ ਜਿਹਨੇ ਬੇਅਦਬੀ ਕਰਨ ਵਾਲੇ ਦੋਸ਼ੀ ਜਾਂ ਜਿਹੜਾ ਰਾਮ ਰਹੀਮ ਆ ਜਿਹਦੇ ਤੇ ਪ੍ਰੂਵਡ ਰੇਪਿਸਟ ਆ, ਪ੍ਰੂਵਡ ਮਰਡਰਰ ਆ, ਉਹਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵਰਤ ਕੇ ਮਾਫੀ ਦਵਾਈ ਸੀ ਔਰ ਗੁਰੂ ਦੀ ਗੋਲਕ ਚੋਂ 98 ਲੱਖ ਰੁਪਏ ਦੇ ਇਸ਼ਤਿਹਾਰ ਲਵਾਏ ਸੀ। ਇਹ ਉਹੋ ਹੀ ਅਕਾਲੀ ਦਲ ਆ ਜਿਨ੍ਹਾਂ ਨੇ ਫੇਕ ਇਨਕਾਊਂਟਰ ਕਰਨ ਵਾਲੇ ਪੁਲਿਸ ਆਫੀਸਰਸ ਨੂੰ ਡੀਜੀਪੀ ਬਣਾਇਆ। ਇਹ ਉਹੋ ਹੀ ਅਕਾਲੀ ਦਲ ਬਾਦਲ ਆ ਜਿਹੜੇ ਬੇਅਦਬੀਆਂ ਦੇ ਜਿਨ੍ਹਾਂ ਤੇ ਇਲਜ਼ਾਮ ਲੱਗਦੇ। ਇਹ ਉਹੋ ਹੀ ਅਕਾਲੀ ਦਲ ਬਾਦਲ ਆ ਜਿਨ੍ਹਾਂ ਨੇ ਬੇਅਦਬੀਆਂ ਕਰਾਉਣ ਵਾਲਿਆਂ ਨੂੰ ਬਚਾਇਆ। ਇਹ ਉਹੋ ਹੀ ਅਕਾਲੀ ਦਲ ਬਾਦਲ ਆ ਜਿਨ੍ਹਾਂ ਨੇ ਇਨਸਾਫ ਮੰਗਦੇ ਸਿੰਘਾਂ ਤੇ ਗੋਲੀਆਂ ਚਲਾ ਕੇ ਸੀ। ਪਰ ਇਹ ਉਹੀ ਅਕਾਲੀ ਦਲ ਬਾਦਲ ਹੈ ਜਿਹੜੇ ਐਸਜੀਪੀਸੀ ਦੇ ਨਾਲ ਰਲ ਕੇ ਹੁਣ ਦਸਤਖਤ ਕੈਂਪੇਨ ਵੀ ਚਲਾ ਰਹੇ ਆ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਗੱਲ ਨੂੰ ਇਹਨੂੰ ਨੋਟਿਸ ਕਰੀਏ, ਆਪਾਂ ਅਕਾਲੀ ਦਲ ਬਾਦਲ ਨੂੰ ਜਦੋਂ ਇਹਨਾਂ ਕੋਲ ਪਾਵਰ ਸੀ, ਜਦੋਂ ਇਹ ਰੈਜ਼ੋਲੂਸ਼ਨ ਪਾ ਕੇ ਆਪਣੀ ਭਾਈਵਾਲ ਸਰਕਾਰ ਉਸ ਵੇਲੇ ਦੀ ਬੀਜੇਪੀ ਨੂੰ ਭੇਜ ਸਕਦੇ ਸੀ, ਉਦੋਂ ਇਹ ਬਿਲਕੁਲ ਚੁੱਪ ਸੀ। ਉਦੋਂ ਇਹ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਦੱਸਦੇ ਸੀ, ਉਦੋਂ ਇਹ ਬੰਦੀ ਸਿੰਘਾਂ ਨੂੰ ਕਹਿੰਦੇ ਸੀ ਇਹ ਦੇਸ਼ ਲਈ ਖਤਰਾ ਨੇ। ਅੱਜ ਬੰਦੀ ਸਿੰਘ ਕਿੱਥੋਂ ਬਣ ਗਏ ਇਹਨਾਂ ਲਈ? ਜਦੋਂ 72 ਸੀਟਾਂ ਤੋਂ 1.5 ਐਮਐਲਏ ਰਹਿ ਗਏ ਤੇ 1.5 ਐਮਐਲਏ ਵੀ ਇਹਨਾਂ ਦੇ ਨਾਲ ਨਹੀਂ ਤੁਰਿਆ ਫਿਰਦਾ, ਅੱਜ ਇਹਨਾਂ ਨੂੰ ਬੰਦੀ ਸਿੰਘਾਂ ਦੀ ਯਾਦ ਆ ਗਈ, ਅੱਜ ਇਹਨਾਂ ਨੂੰ ਜਟਾਣਾ ਭਾਈ ਸਾਹਿਬ ਦੀ ਯਾਦ ਆ ਗਈ, ਅੱਜ ਇਹਨਾਂ ਨੂੰ ਜਗਤਾਰ ਸਿੰਘ ਹਵਾਰਾ ਜਥੇਦਾਰ ਲੱਗਣ ਲੱਗ ਗਿਆ। ਇਹ ਜਦੋਂ ਆਪਣਾ ਅਕਸ਼ ਗਵਾ ਬੈਠੇ ਨੇ, ਪੰਥ 'ਚ ਬੇੜਾ ਗਰਕ ਹੋ ਗਿਆ ਇਹਨਾਂ ਦਾ, ਅੱਜ ਇਹਨਾਂ ਨੂੰ ਯਾਦ ਆ ਰਹੀ ਆ। ਇਹਦੇ ਤੋਂ ਇਹ ਗੱਲ ਨੂੰ ਭਾਫੋ ਕਿ ਇਹ ਪੰਥ ਵਾਸਤੇ ਨਹੀਂ ਕੁਝ ਕਰ ਰਹੇ, ਆਪਣੇ ਵਾਸਤੇ ਆਪਣਾ ਰਾਹ ਲੱਭਦੇ ਫਿਰਦੇ ਨੇ ਕਿ ਅਸੀਂ ਆਪਾਂ ਪੋਲੀਟੀਕਲੀ ਕਿੱਦਾਂ ਰਿਵਾਈਵ ਹੋਈਏ। ਜੇ ਇੱਥੇ ਹਰਜਿੰਦਰ ਸਿੰਘ ਧਾਮੀ ਆਉਂਦਾ, ਉੱਥੇ ਲੋਕ ਇੱਥੇ ਸਵਾਲ ਪੁੱਛਦੇ ਨੇ, ਉਹ ਗੁੱਸੇ 'ਚ ਆ ਕੇ ਜਵਾਬ ਨਹੀਂ ਦਿੰਦਾ ਤੇ ਲੋਕ ਉਹਨਾਂ ਦੇ ਗੱਲ ਪੈਂਦੇ ਨੇ। ਇਸ ਕਰਕੇ ਪੈਂਦੇ ਨੇ ਕਿਉਂਕਿ ਧਾਮੀ ਬਾਦਲ ਦਾ ਬਣਾਇਆ ਹੋਇਆ ਪ੍ਰਧਾਨ ਆ। ਐਸਜੀਪੀਸੀ ਦੀ ਪਿਛਲੇ 13 ਸਾਲਾਂ ਤੋਂ ਇਲੈਕਸ਼ਨ ਨਹੀਂ ਹੋਈ, ਕਬਜ਼ੇ ਵਾਲੇ ਪ੍ਰਧਾਨ ਬਣੇ ਫਿਰਦੇ ਨੇ, ਲੋਕ ਨਾਰਾਜ਼ ਨੇ ਇਹਨਾਂ ਤੋਂ, ਇਹਨਾਂ ਦਾ ਨਾਂ ਲੈਣ ਨੂੰ ਤਿਆਰ ਨਹੀਂ ਆ। ਇਹ ਇਦਾਂ ਦੀਆਂ ਗੱਲਾਂ ਕਰਕੇ ਨਹੀਂ, ਇਹਨਾਂ ਦੀ ਜਿਹੜੀ ਦਾਲ ਗੱਲ ਨਹੀਂ। ਪੰਥ ਨੇ ਇਹ ਪਛਾਣ ਲਿਆ ਕਿ ਪੰਥ ਦੇ ਦੋਖੀ ਕੌਣ ਨੇ ਤੇ ਪੰਥ ਦੇ ਨਾਲ ਚੱਲਣ ਵਾਲੇ ਕੌਣ ਨੇ। ਰਾਜੋਆਣਾ ਸਾਹਿਬ ਦੀ ਕੁਰਬਾਨੀ ਬਹੁਤ ਲਾਸਾਨੀ ਆ, ਅਸੀਂ ਉਹਨਾਂ ਦੀ ਕੁਰਬਾਨੀ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਅਸੀਂ ਉਹਨਾਂ ਦਾ ਉਨਾ ਹੀ ਸਤਿਕਾਰ ਕਰਦੇ ਹਾਂ ਜਿੰਨਾ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਕਰਦੇ ਹਾਂ। ਬੇਨਤੀ ਇਹੋ ਹੀ ਕਰਦੇ ਹਾਂ ਕਿ ਉਸ ਅਕਾਲੀ ਦਲ ਨੂੰ ਰਿਪਰੈਜ਼ੈਂਟੇਸ਼ਨ ਕਰਨੀ ਛੱਡ ਦੇਣ, ਚੰਗੇ ਰਹਿਣਗੇ, ਕਿਉਂਕਿ ਉਹਨਾਂ ਦਾ ਅਕਸ਼ ਬਹੁਤ ਖਰਾਬ ਹੋ ਚੁੱਕਿਆ ਹੈ। ਜੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਰਨੀ ਹੈ, ਉਹਨਾਂ ਦੀ ਮਰਜ਼ੀ ਆ, ਕਰੀ ਜਾਣ। ਨਹੀਂ ਸਰ, ਪਰ 2 ਕੈਦੀਆਂ ਵੱਲੋਂ, 2 ਬੰਦੀ ਸਿੰਘਾਂ ਵੱਲੋਂ ਇਸ ਤਰ੍ਹਾਂ ਦੀ ਸਟੇਟਮੈਂਟ ਦੇਣੀਆਂ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਕੌਮੀ ਇਨਸਾਫ ਮੋਰਚੇ ਬਾਰੇ ਕੁਝ ਸ਼ੱਕ ਪੈਦਾ ਕਰ ਰਹੀਆਂ। ਉਸ ਚੀਜ਼ ਨੂੰ ਕਲੀਅਰ ਕਿਵੇਂ ਕਰੋਗੇ ਐਜ਼ ਅ ਮੀਡੀਆ 'ਚ ਕੀ ਮੈਸੇਜ ਦੇਗੇ? ਦੇਖੋ, ਗੁਰਦੀਪ ਸਿੰਘ ਖਹਿਰਾ ਸਾਹਿਬ ਦੇ ਜਿਹੜੇ ਸੁਝਾਅ ਸੀ ਉਹ ਚੰਗੇ ਸੀ ਕਿ ਸਾਨੂੰ ਸਿਰ ਦੇਣ ਦੀ ਲੋੜ ਨਹੀਂ ਆ, ਸਾਨੂੰ ਪੜ੍ਹਨਾ ਲਿਖਣਾ ਚਾਹੀਦਾ, ਨੌਜਵਾਨਾਂ ਨੂੰ ਪੜ੍ਹਾਉਣਾ ਚਾਹੀਦਾ। ਹੋਰ ਉਹਨਾਂ ਨੇ ਕੋਈ ਮੋਰਚੇ ਦੇ ਖਿਲਾਫ ਐਡੀ ਗੱਲ ਨਹੀਂ ਕੀਤੀ, ਨਾ ਪ੍ਰਬੰਧ ਦੇ ਖਿਲਾਫ ਕੀਤੀ ਆ। ਹਾਂ ਜ਼ਰੂਰ ਦੇਖੋ, ਇੱਕ ਗੱਲ ਆ, ਸੁਚੇਤ ਕਰਨ ਦੀ ਗੱਲ ਕੀਤੀ ਆ, ਚੰਗੀ ਗੱਲ ਆ। ਹੁਣ ਇਹਨਾਂ ਨੇ ਤੇ ਇਹੋ ਹੀ ਇਨਕਾਰ ਕਰਦਾ ਕਿ ਅਸੀਂ ਕੌਮੀ ਇਨਸਾਫ ਮੋਰਚੇ ਨਾਲ ਕੋਈ ਤਲਕ ਹੀ ਨਹੀਂ। ਤੁਹਾਡਾ ਤਲਕ ਕਿਉਂ ਨਹੀਂ ਆ? ਤੁਸੀਂ ਬੰਦੀ ਸਿੰਘ ਹੋ ਤੇ ਬੰਦੀ ਸਿੰਘਾਂ ਕਰਕੇ ਮੋਰਚਾ ਲੱਗਿਆ, ਹੋਰ ਤੁਸੀਂ ਕੀ ਯੋਗਦਾਨ ਪਾਓਗੇ? ਤੁਹਾਡੀ ਤੇ ਮੋਰਚਾ ਹੀ ਤੁਹਾਡੇ ਸਿਰ ਤੇ ਆ। ਤੇ ਜੇ ਤੁਸੀਂ ਇਸ ਦੇ ਨਾਲ ਤਲਕ ਨਹੀਂ ਰੱਖਦੇ, ਇਹ ਮੋਰਚਾ ਕੌਮ ਦਾ, ਵਿਅਕਤੀ ਵਿਸ਼ੇਸ਼ ਤੇ ਕੋਈ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਅਗਵਾਈ ਕਰ ਰਹੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਰਪ੍ਰਸਤ ਨੇ, ਤੇ ਤੁਸੀਂ ਕੌਮ ਦੇ ਨਾਲ ਨਹੀਂ। ਇਹਦਾ ਮਤਲਬ ਕੌਮ ਦੇ ਮੋਰਚੇ ਨੂੰ ਤੁਸੀਂ ਜੇ ਡਿਨਾਈ ਕਰਦੇ ਹੋ, ਇਟ ਮੀਨਸ ਯੂ ਆਰ ਨਾਟ ਦੀ ਪਾਰਟ ਆਫ ਦੀ ਕੌਮ। ਫਿਰ ਤੁਸੀਂ ਇੱਕ ਵੱਖਰੇ ਫਿਰਕੇ ਦੀ ਗੱਲ ਕਰੀ ਜਾਂਦੇ ਹੋ, ਉਸ ਫਿਰਕੇ ਦੀ ਗੱਲ ਕਰਦੇ ਹੋ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਦਾ। ਸੋ ਇਹ ਰਾਜੋਆਣਾ ਸਾਹਿਬ ਬੜੇ ਲੰਬੇ ਸਮੇਂ ਤੋਂ ਜੇਲ੍ਹ 'ਚ ਨੇ, ਉਹਨਾਂ ਨੂੰ ਰਿਐਲਿਟੀ ਨਹੀਂ ਪਤਾ। ਉਹ ਸ਼ਾਇਦ ਇਸੇ ਭਰਮ 'ਚ ਨੇ ਕਿ ਜਿਹੜੀ ਪਹਿਲਾਂ ਅਕਾਲੀ ਦਲ ਸੀ ਉਹ ਉੱਦਾਂ ਦੀ ਅਕਾਲੀ ਦਲ, ਉਹ ਅਕਾਲੀ ਦਲ ਨਹੀਂ ਰਿਹਾ। ਜੇ ਉੱਦਾਂ ਦਾ ਹੁੰਦਾ ਤੇ 72 ਤੋਂ 1.5 ਤੇ ਨਾ ਆਉਂਦੇ। ਬਟ ਉਹ ਹਵਾਰਾ ਜੀ ਵੀ ਤੇ ਜੇਲ੍ਹ ਦੇ ਵਿੱਚ, ਉਹਨਾਂ ਨੂੰ ਤੇ ਪਤਾ ਹੀ ਹੈ ਅਕਾਲੀ ਦਲ ਚੇਂਜ ਹੋ ਚੁੱਕੀ ਹੈ, ਤੇ ਉਹਨਾਂ ਦੀ ਸਟੇਟਮੈਂਟ ਇਦਾਂ ਦੀ ਕੰਟਰਡਿਕਟ ਕਿਉਂ? ਦੇਖੋ, ਇੱਕ ਗੱਲ ਆ, ਇਹ ਆਪਣੀ ਸੁਚੇਤਤਾ ਦੀ ਗੱਲ ਆ। ਜਥੇਦਾਰ ਜਗਤਾਰ ਸਿੰਘ ਹਵਾਰਾ, ਕਦੀ ਇਸ ਸਿਸਟਮ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਬਾਕੀ ਵੀ ਬੰਦੀ ਸਿੰਘ ਹਨ, ਉਹਨਾਂ ਦੀ ਜਿਹੜੀ ਦ੍ਰਿੜਤਾ ਹੈ ਜਾਂ ਕੌਮ ਪ੍ਰਤੀ ਜਿਹੜਾ ਪਿਆਰ ਆ, ਇਸੇ ਕਰਕੇ 10 ਲੱਖ ਦੇ ਸਰਬੱਤ ਖਾਲਸਾ ਨੇ ਉਹਨਾਂ ਨੂੰ ਜਥੇਦਾਰ ਚੁਣ ਲਿਆ। ਕਈਆਂ ਹੁਣ ਕਿਸੇ ਸੱਜਣ ਦੀ ਕਿਸੇ ਤਰੀਕੇ ਦੀ ਸੰਜੀਦਗਾ ਹੁੰਦੀ ਹੈ, ਕਿਸੇ ਦੀ ਕਿਸੇ ਤਰੀਕੇ ਦੇ ਨਾਲ ਹੁੰਦੀ ਆ। ਇਸ ਗੱਲ ਨੂੰ ਆਪਾਂ ਡਿਫਰੈਂਸ਼ੀਏਟ ਨਾ ਕਰੀਏ। ਠੀਕ ਹੈ, ਸ਼ਾਇਦ ਰਾਜੋਆਣਾ ਸਾਹਿਬ ਕਿਸੇ ਗੱਲਾਂ ਤੋਂ ਉਹ ਅਕਾਲੀ ਦਲ ਨੂੰ ਰਿਪਰੈਜ਼ੈਂਟੇਸ਼ਨ ਇਸ ਕਰਕੇ ਕਰੀ ਜਾਂਦੇ ਨੇ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਜਿਹੜੀ ਆ ਜਦੋਂ ਗੱਲ ਚੱਲੀ, ਹਾਲਾਂਕਿ ਉਹ ਕੌਮ ਨੇ ਫੈਸਲਾ ਕੀਤਾ ਸੀ, ਝੰਡੇ ਕੌਮ ਨੇ ਝੁਲਾਏ ਸੀ, ਔਰ ਇਹਨਾਂ ਨੇ ਇੱਕ ਜਿਹੜੀ ਆ ਉੱਥੇ ਅਪੀਲ ਕੀਤੀ ਸੁਪਰੀਮ ਕੋਰਟ 'ਚ। ਇਹ ਕੋਈ ਉਹਨਾਂ ਨੇ ਅਹਿਸਾਨ ਨਹੀਂ ਕੀਤਾ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ, ਉਹਨਾਂ ਦਾ ਫਰਜ਼ ਬਣਦਾ ਸੀ।
ਇਹ ਦੇਖੋ ਇਹਨਾਂ ਦੀ ਕਿੱਦਾਂ ਦੀ ਤਾਰ ਪੀਡੋ ਕਰ ਰਹੀ ਆ ਐਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ। ਸਿਰਫ ਤੇ ਸਿਰਫ ਰਾਜੋਵਾਣੇ ਨੂੰ ਮਿਲਣ ਲਈ ਚਲੇ ਜਾਂਦੇ ਨੇ ਜਥੇਦਾਰ ਅਕਾਲ ਤਖਤ ਸਾਹਿਬ, ਇਹਨਾਂ ਦੇ ਹਰਪ੍ਰੀਤ ਸਿੰਘ। ਉਹ ਜਥੇਦਾਰ ਜਗਤਾਰ ਸਿੰਘ ਕਿਉਂ ਨਹੀਂ ਜਾਂਦੇ? ਉਹ ਭਾਈ ਗੁਰਮੀਤ ਸਿੰਘ ਕਿਉਂ ਨਹੀਂ ਜਾਂਦੇ? ਸ਼ਮਸ਼ੇਰ ਸਿੰਘ ਕਿਉਂ ਨਹੀਂ ਜਾਂਦੇ? ਇਹ ਐਸੀ ਪਲੈਨਿੰਗ ਕਰ ਰਹੇ ਨੇ ਕਿ ਇੱਕ ਬੰਦੀ ਸੰਘ ਇਹਨਾਂ ਦੇ ਨਾਲ ਖੜ ਜਾਣ, ਬਾਕੀ ਇੱਕ ਧੜੇ 'ਚ ਤੁਹਾਡਾ ਮਤਲਬ ਇਹੀ ਹੈ ਵੀ ਇਹ ਮਾਈਂਡ ਵਾਸ਼ ਅੰਦਰਲੇ ਖਾਤੇ ਕੀਤਾ ਜਾ ਰਿਹਾ ਹੈ ਮੋਰਚੇ ਢਾਲਾਂ ਇਹ ਕੀਤਾ ਜਾ ਰਿਹਾ, ਪਾੜ ਪਾਈ ਜਾ ਰਹੀ ਆ ਬੰਦੀ ਸਿੰਘਾਂ ਦੇ ਵਿੱਚ ਹੀ ਇੱਕ ਫਿਰਕੇ ਵੱਲੋਂ, ਜਿਸ ਨੂੰ ਪੰਥ ਨੇ ਬਿਲਕੁਲ ਨਕਾਰਤਾ। ਇਸ ਕਰਕੇ ਰਾਜੋਵਾਣਾ ਸਾਹਿਬ ਦੀ ਉਨੀ ਸਤਿਕਾਰ ਆ ਜਿੰਨੀ ਬਾਕੀ ਬੰਦੀ ਸਿੰਘਾਂ ਦੀ ਆ। ਉਹ ਅੱਗੇ ਤੋਂ ਸੁਚੇਤ ਰਹਿਣ। ਏਜੰਸੀ ਦੇ ਬੰਦੇ ਐਦਾਂ ਕਿਉਂ ਕਹਿ ਦਿੱਤਾ? ਔਰ ਅਮਰ ਸਿੰਘ ਚਹਿਲ ਜਿਹੜੇ ਮੋਰਚੇ 'ਚ ਸਟਾਰਟਿੰਗ ਤੋਂ ਜੁੜੇ ਹੋਏ ਹੈ, ਤੁਸੀਂ ਕਹਿ ਰਹੇ ਹੋ ਬਹੁਤ ਸਾਰੇ ਉਹਨਾਂ ਨੇ ਐਦਾਂ ਦੇ ਕੇਸਿਸ ਲੜੇ ਹੈ, ਤੇ ਉਹਨਾਂ ਨੂੰ ਏਜੰਸੀਆਂ ਦਾ ਬੰਦਾ ਕਿਹਾ ਜਾਣਾ। ਔਰ ਖਾਸ ਗੱਲ ਇਹ ਏਜੰਸੀ ਦੇ ਬੰਦੇ ਕਿਸ ਤਰੀਕੇ ਨਾਲ ਮਤਲਬ ਇਹ ਸਟੇਟਮੈਂਟ ਦਿੱਤੀ? ਏਜੰਸੀ ਦੇ ਬੰਦੇ ਹੁੰਦੇ ਕੌਣ ਹੈ? ਦੇਖੋ ਜੀ ਇਹ ਭੈਣ ਜੀ, ਤੁਸੀਂ ਇਸ ਗੱਲ ਨੂੰ ਸਮਝੋ ਕਿ ਸਰਦਾਰ ਅਮਰ ਸਿੰਘ ਚਹਿਲ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਪਿਛਲੇ 52 ਸਾਲ ਦੀ ਪ੍ਰੈਕਟਿਸ ਦੇ ਵਿੱਚ ਫੇਕ ਇਨਕਾਊਂਟਰ ਕਰਨ ਵਾਲੇ ਪੁਲਿਸ ਆਫੀਸਰਸ ਨੂੰ ਸਜ਼ਾ ਦਿਵਾਈਆਂ ਨੇ, ਝੂਠੇ ਫਸਾਏ ਗਏ ਖਾੜਕੂ ਸਿੰਘਾਂ ਦੇ ਕੇਸ ਲੜੇ ਨੇ, ਔਰ 13 ਸਾਲ ਬਿਆਨ ਸਿੰਘ ਐਸੀਨੇਸ਼ਨ ਕੇਸ ਫਰੀ ਲੜਿਆ। ਜਿਹੜੇ ਡੀਜੀਪੀ KPS ਗਿੱਲ ਨੂੰ ਸਜ਼ਾ ਕਰਾਉਣ 'ਚ ਉਹਨਾਂ ਦਾ ਅਹਿਮ ਰੋਲ ਆ। ਰੂਪਨ ਦਿਓਲ ਬਜਾਜ ਇੱਕ ਰਿਟਾਇਰਡ IAS ਅਫਸਰ ਲੇਡੀ ਆ ਜਿਹਨੂੰ ਇੱਕ ਭਰੀ ਮਹਿਫਲ ਦੇ ਵਿੱਚ ਮੋਲੈਸਟ ਕੀਤਾ ਗਿਆ ਸੀ KPS ਗਿੱਲ ਵਰਗੋਂ। ਉਸ ਸਮੇਂ ਕੋਈ ਕੇਸ ਲੜਨ ਨੂੰ ਤਿਆਰ ਨਹੀਂ ਸੀ, ਸਰਦਾਰ ਅਮਰ ਸਿੰਘ ਚਹਿਲ ਨੇ ਕੇਸ ਲੜਿਆ। ਔਰ ਉਸ ਤੋਂ ਬਾਅਦ ਸੈਣੀ ਵਰਗੇ ਆਦਮੀਆਂ ਨੇ ਉਹਨਾਂ ਨੂੰ ਬਹੁਤ ਧਮਕੀਆਂ ਦਿੱਤੀਆਂ। ਉਹਨਾਂ ਨੂੰ ਇਸ ਸਿਸਟਮ ਤੱਕ ਵੀ ਜਾਣਾ ਪਿਆ ਕਿ ਉਹਨਾਂ 'ਤੇ ਅੱਜ 307 ਦੇ ਮੁਕੱਦਮੇ ਦਰਜ ਨੇ, ਮੇਰੇ 'ਤੇ ਵੀ ਦਰਜ ਆ। ਉਸ ਤੋਂ ਇਲਾਵਾ ਉਹਨਾਂ ਨੂੰ ਟਾਡਾ ਐਕਟ ਦੇ ਥੱਲੇ 1984-85 ਦੇ ਵਿੱਚ 2 ਸਾਲ ਜੇਲ੍ਹ ਵੀ ਕੱਟੀ ਆ। ਉਸ ਤੋਂ ਇਲਾਵਾ ਉਹ ਜਿੰਨੀ ਹਿਊਮਨ ਰਾਈਟਸ ਦੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਪੰਜਾਬ ਜਾਂ ਇੰਟਰਨੈਸ਼ਨਲ ਲੈਵਲ 'ਤੇ, ਸ਼ਾਇਦ ਹੀ ਕੋਈ ਹੋਰ ਵਕੀਲ ਹੋਏਗਾ। ਜਿਹੜੇ ਐਡੀ ਵੱਡੀ ਸ਼ਖਸੀਅਤ ਨੂੰ ਏਜੰਸੀ ਦਾ ਬੰਦਾ ਕਹਿਣਾ, ਜੇ ਏਜੰਸੀਆਂ ਦੇ ਬੰਦੇ ਇੱਦਾਂ ਦੇ ਨੇ ਤੇ ਏਜੰਸੀਆਂ ਦੇ ਬੰਦੇ ਹੋਰ ਹੋਣੇ ਚਾਹੀਦੇ ਨੇ। ਇੱਦਾਂ ਦੇ ਬੰਦੇ ਹੋਰ ਹੋਣੇ ਚਾਹੀਦੇ। ਏਜੰਸੀਆਂ ਦੇ ਬੰਦੇ ਉਹ ਨੇ ਜਿਹੜੇ ਬੰਦੀ ਸਿੰਘਾਂ ਦੇ ਪਾੜ ਪਾਉਂਦੇ ਨੇ। ਬੰਦੀ ਸਿੰਘ ਜਿਹੜੇ ਚੱਲਦੇ ਨਿਰੰਤਰ ਮੋਰਚੇ ਦੇ ਵਿੱਚ ਕੋਈ ਨਾ ਕੋਈ ਤਾਰ ਪੀਡੋ ਦੀ ਗੱਲ ਕਰਦੇ ਨੇ, ਉਹ ਨੇ। ਉਹ ਏਜੰਸੀਆਂ ਦੇ ਬੰਦੇ ਨੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਉਹ ਏਜੰਸੀਆਂ ਦੇ ਬੰਦੇ ਉਹ ਨੇ ਜਿਨ੍ਹਾਂ ਨੇ ਪਾਪੀਆਂ ਨੂੰ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਉਹਨਾਂ ਨੂੰ ਮੁਆਫੀਆਂ ਦਿੱਤੀਆਂ ਨੇ। ਏਜੰਸੀਆਂ ਦੇ ਬੰਦੇ ਉਹ ਨੇ ਜਿਨ੍ਹਾਂ ਨੇ ਇਨਸਾਫ ਮੰਗਦੀ ਸਿੱਖ ਸੰਗਤ 'ਤੇ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਏਜੰਸੀਆਂ ਦੇ ਬੰਦੇ ਉਹ ਨੇ ਜਿਹੜੇ ਕੌਮ ਦੇ ਨਾਲ ਗਦਾਰੀ ਕਰ ਰਹੇ ਨੇ, ਉਹ ਨਹੀਂ ਜਿਹੜੇ ਕੌਮ ਦੇ ਨਾਲ ਖੜੇ ਨੇ, ਜਿਨ੍ਹਾਂ 'ਤੇ ਮੁਕੱਦਮੇ ਦਰਜ ਹੋਏ ਨੇ। ਏਜੰਸੀਆਂ ਦੇ ਬੰਦਿਆਂ ਦੇ ਮੁਕੱਦਮੇ ਨਹੀਂ ਦਰਜ ਹੁੰਦੇ। ਏਜੰਸੀਆਂ ਦੇ ਬੰਦੇ AC ਰੂਮਾਂ ਦੇ ਵਿੱਚ ਬੈਠ ਕੇ ਆਪਣੀਆਂ ਸ਼ਰਾਬਾਂ ਪੀਂਦੇ ਨੇ। ਏਜੰਸੀਆਂ ਦੇ ਬੰਦੇ ਉਹ ਨਹੀਂ ਜਿਹੜੇ ਮੋਰਚੇ ਲਾਉਂਦੇ ਨੇ। ਏਜੰਸੀਆਂ ਦੇ ਬੰਦੇ ਕਿਸੇ ਪਾਰਟੀ ਨਾਲ ਸੰਬੰਧਿਤ ਹੁੰਦੇ ਨੇ ਜਾਂ ਕੋਈ ਪਾਰਟਿਕੂਲਰ ਐਂਟੀ ਨੈਸ਼ਨਲ ਐਕਟੀਵਿਟੀ 'ਚ ਇਨਵੋਲਵ ਹੁੰਦੇ ਨੇ? ਕੋਈ ਏਜੰਸੀ ਦੇ ਬੰਦੇ ਦੀ ਕੋਈ ਡੈਫੀਨੇਸ਼ਨ ਹੈ ਐਜ਼ ਅ ਮੋਰਚਾ? ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ? ਏਜੰਸੀਆਂ ਦੇ ਬੰਦੇ ਉਹ ਹੋਣਗੇ ਜਿਹੜਾ ਇੱਕ ਨਿਰੰਤਰ ਸਿਸਟਮ ਨੂੰ ਚੱਲਦੇ ਹੋਏ ਸਰਕਾਰ ਦਾ ਪੱਖ ਪੂਰਨਗੇ, ਕਿਉਂਕਿ ਸਰਕਾਰ ਇਸ ਵੇਲੇ ਨਹੀਂ ਚਾਹੁੰਦੀ ਕਿ ਇਹ ਮੋਰਚਾ ਸਫਲ ਹੋਵੇ। ਉਹ ਨਹੀਂ ਚਾਹੁੰਦੇ ਬੰਦੀ ਸਿੰਘ ਬਾਹਰ ਆਉਣ। ਜਿਹੜੇ ਨਹੀਂ ਚਾਹੁੰਦੇ ਉਹ ਏਜੰਸੀਆਂ ਦੇ ਬੰਦੇ ਨੇ। ਇਹਦੀ ਡੈਫੀਨੇਸ਼ਨ ਇਹ ਬਣਦੀ ਆ। ਜਿਹੜੇ ਇਸ ਮੋਰਚੇ ਦੇ ਖਿਲਾਫ ਨੇ ਉਹ ਏਜੰਸੀਆਂ ਦੇ ਬੰਦੇ ਨੇ, ਜੋ ਮੋਰਚੇ ਨੂੰ ਤਾਰਪੀਡੋ ਕਰਨਾ ਚਾਹੁੰਦੇ ਨੇ ਉਹ ਏਜੰਸੀਆਂ ਦੇ ਬੰਦੇ। ਇਨ ਸ਼ਾਰਟ ਤੁਸੀਂ ਕਹਿ ਦਿੱਤਾ ਵੀ ਅਕਾਲੀ ਦਲ ਜਿਹੜਾ ਰਾਜਵਾਨਾ ਜੀ ਨੂੰ ਜਾ ਕੇ ਮਿਲਦਾ ਸੀ, ਇਹ ਉਹਨਾਂ ਦੀ ਪਲਾਨਿੰਗ ਹੈ ਕਿ ਮੋਰਚੇ ਦੇ ਬੰਦੀ ਸਿੰਘਾਂ ਦੇ ਵਿੱਚ ਹੀ ਪਾੜ ਪਵਾ ਕੇ ਇਸ ਮੋਰਚੇ ਨੂੰ ਫੇਲ ਕੀਤਾ। ਦੇਖੋ ਅੱਜ ਹੀ ਇੱਕ ਮੈਨੂੰ ਸ਼ਾਇਦ ਚੈਨਲ G ਨਿਊਜ਼ ਸੀ ਜਾਂ ਨਿਊਜ਼ 18 ਸੀ, ਉੱਥੇ ਧਾਰਨੀ ਸਾਹਿਬ ਦੀ ਡਿਬੇਟ ਚੱਲ ਰਹੀ ਸੀ। ਮੈਨੂੰ ਉਹਨਾਂ ਨੇ ਫੋਨੋਂ ਤੋਂ ਲਿਆ। ਉੱਥੇ ਧਾਰਨੀ ਸਾਹਿਬ ਨੂੰ ਮੈਂ ਸਵਾਲ ਪੁੱਛਿਆ ਕਿ ਤੁਹਾਡੇ ਨਾਲ ਤੇ ਚਹਿਲ ਸਾਹਿਬ ਤੁਹਾਡੀ ਉਮਰ ਦੇ ਹੀ ਨੇ, ਤੁਹਾਡੇ ਤੋਂ ਵੱਡੇ ਨੇ, ਤੁਸੀਂ ਦੱਸੋ ਏਜੰਸੀਆਂ ਦੇ ਬੰਦੇ ਨੇ ਉਹਨਾਂ ਨੇ ਜਿੰਨੀ ਸੇਵਾ ਕੀਤੀ ਆ, ਜਾਂ ਧਾਮੀ ਸਾਹਿਬ ਦੇ ਨਾਲ ਉਹ ਸੇਵਾ ਕਰਦੇ ਰਹੇ ਨੇ? ਉਹ ਕਹਿੰਦੇ ਜੀ ਉਹਦਾ ਜਵਾਬ ਨਹੀਂ ਦਿੱਤਾ। ਉਹ ਕਹਿੰਦੇ ਜੀ ਧਾਮੀ ਸਾਹਿਬ ਨੂੰ ਮੋਰਚੇ ਤੇ ਬੁਲਾ ਕੇ ਨੌਜਵਾਨਾਂ ਵੱਲੋਂ ਇਹਨਾਂ ਬੰਦਿਆਂ ਨੇ ਜਲੀਲ ਕੀਤਾ, ਇਸ ਕਰਕੇ ਏਜੰਸੀਆਂ ਦੇ ਬੰਦੇ ਨੇ। ਮੈਂ ਉਹਨਾਂ ਨੂੰ ਇੱਕ ਕਾਊਂਟਰ ਸਵਾਲ ਪੁੱਛਿਆ ਕਿ ਕੱਲ੍ਹ ਤੁਹਾਡਾ SGPC ਦਾ ਐਗਜ਼ੈਕਟਿਵ ਮੈਂਬਰ, ਵਨ ਆਫ ਦੀ ਐਗਜ਼ੈਕਟਿਵ ਮੈਂਬਰ ਐਡਵੋਕੇਟ ਸਿਆਲਕਾ ਇੱਥੇ ਬੋਲ ਕੇ ਗਿਆ, ਉਹ ਮੋਰਚੇ ਦੀ ਹਮਾਇਤ ਕਰਕੇ ਗਿਆ, ਉਹ ਵੀ ਫਿਰ ਏਜੰਸੀਆਂ ਦਾ ਬੰਦਾ। ਸੋ ਇੱਦਾਂ ਦੀ ਗੱਲ ਕਰਨੀ, ਜੇ ਕਿਸੇ ਨੂੰ ਕੌਮ ਦਾ ਕਿਸੇ ਨਾਲ ਸ਼ਿਕਵਾ ਹੈ। ਧਾਮੀ ਸਾਹਿਬ ਨੂੰ ਇਸ ਕਰਕੇ ਸਵਾਲ ਪੁੱਛੇ ਗਏ ਨੌਜਵਾਨਾਂ ਵੱਲੋਂ ਕਿ 328 ਸਰੂਪਾਂ ਦਾ ਮਾਮਲਾ ਉਹਨਾਂ ਅਧੀਨ ਆ। ਉਹ ਦੇਖੋ ਇਹ 328 ਸਰੂਪ ਗਵਾਨ ਜਾਣੇ ਜਾਂ ਉਹਨਾਂ ਦੀ ਕੋਈ ਫੰਡ ਨਹੀਂ ਰੱਖਣਾ ਕਿ ਉਹ ਕਿੱਥੇ ਉਹਨਾਂ ਦੀ ਡੋਨੇਸ਼ਨ ਗਈ ਜਾਂ ਕਿਹੜੇ ਘਰਾਂ 'ਚ ਗਏ ਨੇ, ਕਿਹੜੇ ਗੁਰਦੁਆਰਿਆਂ 'ਚ ਗਏ, ਉਹਦੀ ਲਿਸਟ ਨਹੀਂ ਰੱਖਣੀ ਤੇ ਤੁਹਾਡੇ ਤੋਂ ਸਵਾਲ ਹੀ ਨਾ ਪੁੱਛੇ ਜਾਣ। ਹੋਰ ਤੁਸੀਂ ਕੀ ਕਰਨਾ? ਗੁਰੂ ਗ੍ਰੰਥ ਸਾਹਿਬ ਦੀ ਜੇ ਤੁਸੀਂ ਪ੍ਰੋਟੈਕਸ਼ਨ ਨਹੀਂ ਕਰ ਸਕਦੇ, ਸਾਂਭ ਸੰਭਾਲ ਨਹੀਂ ਕਰ ਸਕਦੇ, ਫਿਰ ਤੁਸੀਂ ਕਾਹਦੇ ਪ੍ਰਧਾਨ ਹੋ?
ਇਹ ਸਵਾਲ ਜੇ ਪੁੱਛੇ ਗਏ ਤੇ ਤੁਸੀਂ ਉੱਥੋਂ ਗਰਮੀ 'ਚ ਆ ਕੇ ਸੰਗਤਾਂ ਨੂੰ ਦਬਕੇ ਮਾਰੋਗੇ ਤੇ ਸੰਗਤ ਤੁਹਾਡੇ ਨਾਲ ਕੀ ਕਰੇ? ਪਹਿਲਾਂ ਦੀਪ ਸਿੱਧੂ ਹਰਿਆਂ ਨੂੰ ਏਜੰਸੀ ਦੇ ਬੰਦੇ ਕਿਹਾ ਗਿਆ ਸੀਗਾ ਜਦ ਉਹਨਾਂ ਨੇ ਨਿਸ਼ਾਨ ਸਾਹਿਬ ਚੁਲਾਏ ਸੀਗੇ। ਸੋ ਕਿੱਦਾਂ ਇਸ ਸਟੇਟਮੈਂਟ ਨੂੰ ਦੇਖਦੇ ਹੋ ਕਿ ਅੱਜ ਉਹੀ ਦੀਪ ਸਿੱਧੂ ਕਈ ਲੋਕਾਂ ਦੇ, ਕਈ ਨੌਜਵਾਨਾਂ ਦੇ ਆਈਡਲ ਹੈ ਔਰ ਸ਼ਹੀਦ ਦਾ ਦਰਜਾ ਪਾ ਚੁੱਕੇ? ਦੇਖੋ, ਬਦਕਿਸਮਤੀ ਆ ਕਿ ਦੀਪ ਸਿੰਘ ਸਿੱਧੂ ਵੀਰ ਨੂੰ ਮੈਂ 2-3 ਦਫਾ ਮਿਲਿਆ। ਬਹੁਤ ਇੰਟੈਕਚੁਅਲ ਆਦਮੀ ਸੀ, ਉਹਦੀ ਬਹੁਤ ਅੱਛੀ ਕਮਾਂਡ ਸੀ, ਲਾ 'ਤੇ ਬਹੁਤ ਅੱਛੀ ਕਮਾਂਡ ਸੀ ਔਰ ਉਹਦੇ ਕੋਲ ਇੱਕ ਟੈਕਨੀਕ ਸੀ ਜਿਹੜੀ ਉਹ ਆਪਣੀ ਗੱਲ ਦਲੀਲ ਦੇ ਨਾਲ ਰੱਖਦਾ ਸੀ, ਇੰਪ੍ਰੈਸ ਕਰ ਲੈਂਦਾ ਸੀ। ਉਸ ਬੰਦੇ ਨੂੰ ਵੀ ਗਦਾਰ ਦੇ ਤਗਮੇ ਵੰਡੇ ਗਏ, ਕੁਝ ਐਸੇ ਬੰਦਿਆਂ ਵੱਲੋਂ ਵੰਡੇ ਗਏ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਪੰਥਕ ਆਖਦੇ ਨੇ। ਉਹੋ ਹੀ ਪੰਥਕ ਆਦਮੀ ਬਾਅਦ ਦੇ ਵਿੱਚ ਉਹਨਾਂ ਨੂੰ ਜਾ ਕੇ ਸ਼ਹੀਦ ਦਾ ਦਰਜਾ ਦਿੰਦੇ ਆ ਜਾਂ ਉਹਨਾਂ ਨੂੰ ਕੌਮੀ ਯੋਧੇ ਐਲਾਨ ਕਰਦੇ ਨੇ। ਸੋ ਇਹ ਗੱਲਾਂ ਬੜੀਆਂ ਸਿਸਟਮ ਦੀਆਂ ਨੇ। ਸ਼ਾਇਦ ਇਹ ਵੀ ਹੋ ਸਕਦਾ ਕਿ ਸਾਡੇ ਮਰਨ ਤੋਂ ਬਾਅਦ ਵੀ ਸਾਨੂੰ ਵੀ ਕੋਈ ਸ਼ਹੀਦ ਕਹਿ ਦੇ ਜਾਂ ਸਾਨੂੰ ਵੀ ਇਹ ਕਹਿ ਦੇਣ ਨਹੀਂ ਇਹ ਬੰਦੇ ਚੰਗੇ ਸੀ। ਇਸ ਵੇਲੇ ਭਾਵੇਂ ਸਾਨੂੰ ਗਦਾਰ ਜਾਂ ਏਜੰਸੀਆਂ ਦੇ ਬੰਦੇ ਕਹੀ ਜਾਣ। ਪਹਿਲਾਂ ਤੇ ਵਕੀਲਾਂ ਨੇ ਮੋਹਾਲੀ, ਪੰਜਾਬ, ਇੱਧਰ ਮੋਹਾਲੀ, ਚੰਡੀਗੜ੍ਹ ਦੋਨੋਂ ਕੋਰਟਸ ਦੇ ਵਿੱਚ 307 ਦਾ ਜਿਹੜਾ ਪਰਚਾ ਹੋਇਆ ਜਾਂ ਇਸ ਤਰੀਕੇ ਦੀ ਐਕਟੀਵਿਟੀਜ਼ ਦੇ ਉੱਪਰ ਉਹਨਾਂ ਨੇ ਕਾਫੀ ਕਰੜਾ ਆਪਣਾ ਸਟੈਪ ਲਿਆ ਸੀਗਾ ਕੋਰਟਸ ਬੰਦ ਕਰਕੇ। ਹੁਣ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਉੱਪਰ ਜੋ ਅਮਰ ਸਿੰਘ ਚਹਿਲ ਦੇ ਉੱਪਰ ਲੱਗੇ ਨੇ, ਕਿਵੇਂ ਅੱਗੇ ਮਤਲਬ ਕਿਵੇਂ ਚੱਲਣਗੇ? ਦੇਖੋ, ਇੱਕ ਗੱਲ ਆ ਕਿ ਜਿਹੜੀ ਸਾਡੀ ਬਾਰ ਐਸੋਸੀਏਸ਼ਨਸ ਨੇ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਬੜੇ ਅੱਛੇ ਡਿਸੀਜਨਸ ਲੈ ਕੇ ਬਾਰਸ ਨੂੰ ਬੰਦ ਕੀਤਾ। ਇੱਕ ਕਮੇਟੀ ਬਣੀ ਆ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੱਲੋਂ, ਸੁਹਿਰਦ ਸੀਨੀਅਰ ਐਡਵੋਕੇਟ ਸੀ ਜਿਹੜੀ ਐਡਮਿਨਿਸਟ੍ਰੇਸ਼ਨ ਨਾਲ ਰਾਬਤੇ 'ਚ ਆ। ਖਾਸ ਕਰਕੇ ਜਦੋਂ ਆਪਾਂ ਇੱਕ ਪ੍ਰੋਫੈਸ਼ਨ 'ਚ ਹੁੰਨੇ ਆ, ਉਹ ਪ੍ਰੋਫੈਸ਼ਨ ਸਾਡਾ ਪਰਿਵਾਰ ਬਣ ਜਾਂਦਾ। ਪਰਿਵਾਰ ਵਾਲੇ ਜਿਹੜੇ ਸਾਡੇ ਨੇ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਵਕਫਾ ਘੱਟ ਹੋ ਜਾਂਦਾ ਕਿਉਂਕਿ ਬਹੁਤਾ ਟਾਈਮ ਅਸੀਂ ਕਚਹਿਰੀ 'ਚ ਰਹਿੰਦੇ ਹਾਂ ਜਾਂ ਪ੍ਰੋਫੈਸ਼ਨ 'ਚ ਰਹਿੰਦੇ ਹਾਂ। ਉਹਨਾਂ ਨੂੰ ਪਤਾ ਹੈ ਕਿ ਸਰਦਾਰ ਅਮਰ ਸਿੰਘ ਚਾਲ ਕੌਣ ਨੇ ਤੇ ਦਿਲਸ਼ੇਰ ਸਿੰਘ ਕੌਣ ਨੇ। ਹਿਊਮਨ ਰਾਈਟਸ ਦੀ ਜਦੋਂ ਗੱਲ ਆਉਂਦੀ ਆ, ਅਸੀਂ ਪਹਿਲੇ ਬੰਦੇ ਆ ਕਿ ਜਿਹੜੇ ਅਸੀਂ ਆਵਾਜ਼ ਚੁੱਕਦੇ ਹਾਂ। ਇਹ ਨਹੀਂ ਕਦੀ ਦੇਖਿਆ ਕਿ ਹਿੰਦੂ ਆ ਜਾਂ ਸਿੱਖ ਆ ਕਿ ਮੁਸਲਮਾਨ ਆ। ਜਦੋਂ ਵਿਜੇ ਕੁੰਵਰ ਪ੍ਰਤਾਪ ਦੀ ਰਿਪੋਰਟ ਨੂੰ ਖਾਰਿਜ ਕੀਤਾ, ਸਰਦਾਰ ਅਮਰ ਸਿੰਘ ਚਹਿਲ ਤੇ ਮੈਂ ਹੀ ਸੀ ਜਿਨ੍ਹਾਂ ਨੇ ਹਾਈ ਕੋਰਟ ਦੇ ਜੱਜ ਦੀ ਕੰਪਲੇਂਟ ਪ੍ਰੈਜ਼ੀਡੈਂਟ ਨੂੰ ਕੀਤੀ ਸੀ, ਚੀਫ ਜਸਟਿਸ ਆਫ ਇੰਡੀਆ ਨੂੰ ਕੀਤੀ ਸੀ। ਹਾਲਾਂਕਿ ਸਾਡਾ ਕੀ ਵਿਜੇ ਕੁੰਵਰ ਪ੍ਰਤਾਪ ਨਾਲ ਲੈਣਾ ਦੇਣਾ ਸੀ, ਪਰ ਇਨਸਾਨੀਅਤ ਦੀ ਗੱਲ ਸੀ ਕਿ ਰਿਪੋਰਟ ਬਿਲਕੁਲ ਠੀਕ ਸੀ ਵਿਜੇ ਕੁੰਵਰ ਪ੍ਰਤਾਪ ਦੀ। ਇੱਕ ਸਿਸਟਮ ਦੇ ਨਾਲ ਗਲਤ ਕੀਤੀ ਗਈ। ਉਹਦਾ ਸਿਸਟਮ ਵੀ ਦੇਖੋ ਕਿੱਦਾਂ ਦਾ ਸੀ ਕਿ ਜਿਹੜਾ ਆਰਗਿਊਇੰਗ ਕੌਂਸਲ ਸੀ ਪਟੀਸ਼ਨਰ ਵੱਲੋਂ, ਦੋ ਪੁਲਿਸ ਵਾਲਿਆਂ ਵੱਲੋਂ, ਉਹ ਇੱਕ ਟਾਈਮ ਦੇ ਵਿੱਚ ਚੌਟਾਲਾ ਦੀ ਸਰਕਾਰ ਵੇਲੇ ਐਡਵੋਕੇਟ ਜਨਰਲ ਸੀ ਤੇ ਜਿਹੜੇ ਜੱਜ ਸਾਹਿਬ ਸੀ ਜਿਹੜੇ ਉਹਨਾਂ ਦੇ ਆਰਗੂਮੈਂਟ ਸੁਣ ਰਹੇ ਸੀ ਉਹ ਉਹਨਾਂ ਦੇ ਸਬੋਰਡੀਨੇਟ, ਉਹ ਉਹਨਾਂ ਦੇ ਐਡੀਸ਼ਨਲ ਐਡਵੋਕੇਟ ਜਨਰਲ ਸੀ। ਮਤਲਬ ਕਿ ਐਡਾ ਵੱਡਾ ਜਿੱਥੇ ਸਿਸਟਮ ਖਰਾਬ ਹੋਵੇ ਅਸੀਂ ਉਹਨਾਂ ਨੂੰ ਜੱਗ ਜ਼ਾਹਰ ਕੀਤਾ। ਪਰ ਜੇ ਅਸੀਂ ਕਿਸੇ ਨੌਜਵਾਨਾਂ 'ਤੇ ਤਸ਼ੱਦਦ ਦੀ ਗੱਲ ਆਉਂਦੀ ਹੈ, ਸਭ ਤੋਂ ਅੱਗੇ ਅਸੀਂ ਜਾਂਦੇ ਹਾਂ। ਚੰਡੀਗੜ੍ਹ ਦੇ ਵਿੱਚ ਫਾਰਮਰ ਕਿਸਾਨੀ ਅੰਦੋਲਨ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਦੇ ਪਰਚੇ ਦਰਜ ਕੀਤੇ, ਉਹਨਾਂ ਦੀ ਅਸੀਂ ਆਵਾਜ਼ ਉਠਾਈ। ਕੁਛ ਬੀਬੀਆਂ ਦੇ ਨਾਲ ਕੁਕਰਮ ਹੋਏ ਕਿ ਕਈ ਬਾਣੇ ਵਾਲਿਆਂ ਬੰਦਿਆਂ ਕੋਲ ਹੋਏ, ਉਹਨਾਂ ਦੀ ਆਵਾਜ਼ ਅਸੀਂ ਚੱਕੀ। ਕੁਛ ਪਰਿਵਾਰਾਂ ਦੇ ਕੋਲ ਪੈਸੇ ਨਾ ਹੋਣ ਕਰਕੇ ਲਿਟੀਗੇਸ਼ਨ ਨਹੀਂ ਲੜੀ ਜਾਂਦੀ ਸੀ, ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਕੁਛ ਬੱਚੇ ਨੇ ਜਿਨ੍ਹਾਂ ਕੋ ਪੜ੍ਹਨ ਦੀ ਇੱਛਾ ਹੈਗੀ ਹੈ, ਇੰਟੈਲੀਜੈਂਟ ਨੇ, ਪਰਿਵਾਰਾਂ ਦੇ ਵਿੱਚ ਪੈਸੇ ਖਰਚਣ ਦੀ ਸ਼ਮਤਾ ਨਹੀਂ ਆ, ਉਹਨਾਂ ਦੀ ਮਦਦ ਅਸੀਂ ਕਰਦੇ ਹਾਂ। ਅਤੇ ਜੇ ਅਸੀਂ ਏਜੰਸੀਆਂ ਦੇ ਬੰਦੇ ਆ ਜਾਂ ਗਦਾਰ ਹਾਂ ਤਾਂ ਸ਼ਾਇਦ ਇੱਦਾਂ ਦੇ ਬੰਦੇ ਹੋਰ ਹੋ ਜਾਣੇ ਚਾਹੀਦੇ ਨੇ। ਧੰਨਵਾਦ ਤੁਹਾਡਾ। ਸੋ ਫਿਲਹਾਲ ਤੁਸੀਂ ਗੱਲਾਂ ਬਾਤਾਂ ਸੁਣੀਆਂ ਔਰ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਵੱਲੋਂ ਔਰ ਖਾਸ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਹੈ। ਉਹ ਖਾਸ ਪੁਆਇੰਟ ਇਹ ਨਿਕਲ ਕੇ ਆਇਆ ਹੈ ਕਿ ਅਕਾਲੀ ਦਲ ਪਹਿਲਾਂ ਭਾਈ ਰਾਜਵਾਨਾ ਜਿਹਦੇ ਨਾਲ ਮਿਲਦੀ ਰਹੀ ਹੈ ਪਰ ਕਦੇ ਵੀ ਜਥੇਦਾਰ ਹਵਾਰਾ ਦੇ ਨਾਲ ਉਹਨਾਂ ਨੇ ਮੁਲਾਕਾਤ ਨਹੀਂ ਕੀਤੀ। ਹੁਣ ਕਿੱਦਾਂ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਆਈ ਹੈ ਜੋ ਕਿ ਦਿਲਸ਼ੇਰ ਸਿੰਘ ਜੰਡਿਆਲਾ ਨੇ ਪੁਆਇੰਟ ਆਊਟ ਕੀਤੀ ਹੈ ਕਿ ਏਜੰਸੀਆਂ ਦੇ ਬੰਦੇ ਨੇ, ਜਦਕਿ ਇਹਨਾਂ ਵੱਲੋਂ ਖੁਦ ਹੀ ਅਮਰ ਸਿੰਘ ਚਾਹਲ ਵੱਲੋਂ ਬੇਅੰਤ ਸਿੰਘ ਮਾਮਲੇ ਦੇ ਵਿੱਚ 13 ਸਾਲ ਮੁਫਤ ਕੇਸ ਲੜਿਆ ਗਿਆ ਹੈ ਔਰ ਇਹ ਇਸ ਤਰ੍ਹਾਂ ਦੀ ਸਟੇਟਮੈਂਟਸ ਦੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ। ਪਰ ਖਾਸੀਆਂ ਗੱਲਾਂ ਬਾਤਾਂ ਉਹਨਾਂ ਨੇ ਦੱਸੀਆਂ ਹੈ ਵੀ ਅਸੀਂ ਜੇਕਰ ਏਜੰਸੀ ਦੇ ਬੰਦੇ ਆ ਜਿਨ੍ਹਾਂ ਨੇ ਬਹੁਤ ਸਾਰੇ ਕੰਮ ਕੀਤੇ ਆ ਤਾਂ ਇਸ ਤਰ੍ਹਾਂ ਦੇ ਏਜੰਸੀ ਦੇ ਬੰਦੇ ਹੋਰ ਵੀ ਹੋਣੇ ਚਾਹੀਦੇ। ਕੈਮਰਾਮੈਨ ਅਜੇ ਬੈਂਸ ਦੇ ਨਾਲ ਸ਼ਿਖਾ ਧੂਰੀਆ ਵਿਜ ਔਨ ਏਅਰ, ਚੰਡੀਗੜ੍ਹ ਮੋਹਾਲੀ ਬਾਰਡਰ।